ਇੱਕ ਤਾਂ ਗੈਂਗਸਟਰ ਹੁੰਦਾ ਬੰਦੂਕ ਵਾਲਾ, ਇਹ ਕਲਮ ਵਾਲਾ ਗੈਂਗਸਟਰ ਹੈ। ਇਹਨੇ ਆਪਦੀ ਕਲਮ ਦੇ ਨਾਲ ਇੰਨਾ ਗੈਂਗਸਟਰ ਕੀਤਾ ਹੈ, ਲੋਕਾਂ ਦੇ ਵਿੱਚ ਇੰਨਾ ਖੋਪ ਪੈਦਾ ਕੀਤਾ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਹੀ ਖੁਰਦ-ਬੁਰਦ ਕਰਤੀਆਂ। ਉਹ ਕਹਿੰਦਾ ਤੂੰ ਜਿੱਥੇ ਮਰਜ਼ੀ ਵਗ ਜਾ, ਮੈਂ ਤੇਰਾ ਕੰਮ ਨਹੀਂ ਕਰਦਾ। ਇਹ ਸਿੱਧਾ ਧਮਕੀਆਂ ਦਿੰਦਾ ਸੀ? ਸਿੱਧੀ ਧਮਕੀਆਂ ਦਿੰਦਾ ਸੀ, ਕਹਿੰਦਾ ਚਾਹੇ ਮੋਦੀ ਕੋਲ ਵਗ ਜਾ, ਨਹੀਂ ਕਰਦਾ ਕਹਿੰਦਾ। ਇੱਕ ਕੋਈ ਲਹਿਰੇ ਦੀ ਲੇਡੀ ਸੀ, ਉਹਦੀ ਜ਼ਮੀਨ ਦੇ ਇਹਨੇ ਇਸ ਤਰ੍ਹਾਂ ਹੀ ਘਾਟਾ ਵਾਧਾ ਕਰਕੇ ਉਹਦਾ ਹਿੱਸਾ ਖਤਮ ਕਰਤਾ ਸੀ। ਫਿਰ ਉਹ ਤਹਿਸੀਲ ਦੇ ਵਿੱਚ ਆਈ, ਇਹਦੇ ਨਾਲ ਝਗੜਨ ਲੱਗੀ, ਇਹਨੇ ਚਾਕੂ ਮਾਰਿਆ ਉਹਦੇ ਪੇਟ 'ਚ। ਉਹਦਾ ਮੁਕੱਦਮਾ ਵੀ ਇਹਦੇ ਤੇ ਦਰਜ ਹੋਇਆ। ਤਾਂ ਚੈਲੰਜ ਕੀਤਾ ਸੀ ਵੀ ਜੇ ਕਹਿੰਦਾ ਮੈਂ ਬਲਕਾਰ ਸਿੰਘ ਪਟਵਾਰੀ ਮੇਰਾ ਨਾਮ ਬਦਲ ਦਿਓ ਜੇ ਮੈਂ ਤੇਰਾ ਇੰਤਕਾਲ ਦਰਜ ਕਰ ਨਹੀਂ, ਵੀ ਲੱਖ ਤੋਂ ਘੱਟ ਮੈਂ ਤਾਂ ਲੈਣਾ ਨਹੀਂ। ਕਹਿੰਦਾ ਤੇਰੇ ਕੋਲ ਬਥੇਰੀ ਜ਼ਮੀਨ ਹੈ, ਲੱਖ ਰੁਪਇਆ ਦੇ ਦੇ। ਫਿਰ ਮੈਨੂੰ ਇਹ ਵਰਡ ਵੀ ਯੂਜ਼ ਕੀਤੇ ਵੀ ਫਿਰ ਤੈਨੂੰ 5-7 ਕਿੱਲੇ ਹੀ ਨਾਮ ਕਰਾ ਦਿੰਦੇ ਆ ਵੀ ਜੇ ਸਾਡੇ ਕੋਲ ਵਾਧੂ ਜ਼ਮੀਨ। ਮੈਂ ਆਪਦੇ ਫੱਕ ਸਰਟੀਫਿਕੇਟ ਇਹਨੂੰ ਦੇ ਕੇ ਗਿਆ, ਮੇਰੇ ਸਾਹਮਣੇ ਨੇ ਮੇਰੇ ਸਰਟੀਫਿਕੇਟ ਪਾੜ ਕੇ ਸਿੱਟ ਤੇ। ਅੱਛਾ। ਕਹਿੰਦਾ ਮੈਂ ਨਹੀਂ ਫੱਕ ਕਰਦਾ, ਜਿੱਥੇ ਮਰਜ਼ੀ ਵਗ। ਇਹਦੀ ਸ਼ਿਕਾਇਤ ਵੀ ਕੀਤੀ ਸੀ ਐਸਡੀਐਮ ਸਾਹਿਬ ਨੂੰ 4/1/2018 ਨੂੰ। ਉਹ ਵੀ ਇਹਨੇ ਮੇਰੀ ਐਪਲੀਕੇਸ਼ਨ ਹੈ ਜਿਹੜੀ ਉੱਥੋਂ ਐਸਡੀਐਮ ਦਫ਼ਤਰ ਤੋਂ ਖੁਰਦ-ਬੁਰਦ ਕਰਵਾ ਦਿੱਤੀ ਕਿ ਡੀਸੀ ਸੰਗਰੂਰ ਦੀ ਸਖਤ ਹਦਾਇਤ ਸੀ ਵੀ ਇਹਦਾ ਜਿਹੜਾ ਕੰਮ ਹੈ 15 ਦਿਨਾਂ ਦੇ ਅੰਦਰ ਕਰਕੇ ਮੈਨੂੰ ਰਿਪੋਰਟ ਭੇਜੋ। ਤਾਂ ਡੀਸੀ ਨੂੰ ਵੀ ਨਹੀਂ ਕੁਝ ਸਮਝਦਾ? ਡੀਸੀ ਨੂੰ ਵੀ ਕੁਝ ਨਹੀਂ ਸਮਝਿਆ ਇਹਨੇ। ਸਰਿਆਮ ਕਹਿੰਦਾ ਸੀਗਾ ਵੀ ਡੀਸੀ ਸੰਗਰੂਰ ਨੂੰ ਵੀ ਕਹਿ ਦਿਓ ਜਾ ਕੇ, ਮੈਂ ਮੇਰਾ ਕੁਝ ਨਹੀਂ ਵਿਗਾੜਿਆ। ਇਹੀ ਕਿਹੜੀ ਸ਼ਹਿ ਸੀ ਇਹਨੂੰ, ਕਿਹੜੇ ਲੋਕਾਂ ਦੀ ਸ਼ਹਿ ਸੀ ਕਿ ਕਦੀ ਇਹ ਦਬਿਆ ਹੀ ਨਹੀਂ? ਇਹਨੂੰ ਹੰਕਾਰ ਸੀ, ਜਿਹੜੀ ਵੀ ਕੋਈ ਗਵਰਨਮੈਂਟ ਆਉਂਦੀ ਸੀ ਉਹਦੇ ਬੰਦੇ ਇਹ ਪੱਟ ਲੈਂਦਾ ਸੀਗਾ 2-3। ਪਰਿਵਾਰ ਤਾਂ ਇਹ ਵੀ ਕਹਿੰਦਾ ਸਾਡੇ ਕੋਲ ਤਾਂ 32 ਕਿੱਲੇ ਹੀ ਜ਼ਮੀਨ ਹੈ, ਕਹਿੰਦੇ ਜੇ ਵਾਧੂ ਨਿਕਲੀ ਤਾਂ ਅਸੀਂ ਦਾਨ ਕਰਨ ਨੂੰ ਵੀ ਤਿਆਰ ਆ। ਕਹਿੰਦੇ ਤੁਸੀਂ ਇੱਕ ਦੱਸ ਦਿਓ ਵੀ ਇੱਕ ਮੁਲਾਜ਼ਮ ਆਪਣੀ ਤਨਖਾਹ ਦੇ ਵਿੱਚ 32 ਕਿੱਲੇ ਜ਼ਮੀਨ ਲੈ ਸਕਦਾ? ਫਿਰ ਤਾਂ ਪੰਜਾਬ ਸਰਕਾਰ ਦੇ ਕਿੰਨੇ ਮੁਲਾਜ਼ਮ ਨੇ, ਉਹਨਾਂ ਕੋਲ ਤਾਂ ਕਿਸੇ ਕੋਲ ਜ਼ਮੀਨ। ਕੱਲ ਨੂੰ ਇਹ ਨਾ ਪਤਾ ਲੱਗੇ ਵੀ ਬਲਕਾਰ ਪਟਵਾਰੀ ਦੇ ਘਰੇ ਤਾਂ ਅਖਰੋਟ ਦੀ ਲੱਕੜ ਲੱਗੀ ਹੋਈ ਹੈ, ਇਹ ਵੀ ਹੋ ਸਕਦਾ। ਪਰ ਇਹਨੂੰ ਕਿਸੇ ਤਰੀਕੇ ਨਾਲ ਪਤਾ ਲੱਗ ਗਿਆ ਵੀ ਮੈਂ ਵਿਜੀਲੈਂਸ ਦੇ ਸੰਪਰਕ 'ਚ ਹਾਂ ਤੇ ਇਹਨੇ ਫਿਰ ਮੇਰੇ ਤੇ ਹੀ ਝੂਠਾ ਮੁਕੱਦਮਾ ਦਰਜ ਕਰਾ। ਕਿਸ ਚੀਜ਼ ਦਾ? ਵੀ ਮੇਰੀ ਸਰਕਾਰੀ ਡਿਊਟੀ 'ਚ ਵਿਘਨ ਪਾਉਣਾ, 353 ਮੇਰੇ ਨਾਲ ਮਾਰਪੀਟ ਕੀਤੀ ਦਫ਼ਤਰ ਆ ਕੇ, ਮੇਰਾ ਰਿਕਾਰਡ ਪਾੜਤਾ ਜੀ, ਮੈਨੂੰ ਗਾਲਾਂ ਕੱਢੀਆਂ ਜੀ। ਤੁਸੀਂ ਕੋਈ ਵਿਘਨ ਪਾਇਆ ਸੀ ਨਹੀਂ, ਤੁਹਾਡੀ ਆਪਸ ਵਿੱਚ ਬਹਿਸਬਾਜ਼ੀ? ਸਿਰਫ ਇੰਨੀ ਕੁ ਬਹਿਸਬਾਜ਼ੀ ਹੋਈ ਸੀ ਜਿਵੇਂ ਆਪਾਂ ਅੱਜ ਬੈਠੇ ਹਾਂ ਵੀ ਪਟਵਾਰੀ ਸਾਹਿਬ ਤੁਸੀਂ ਸਾਡਾ ਕੰਮ ਕਰ ਦਿਓ। ਐਸਡੀਐਮ ਨੂੰ ਦਿੱਤੀ ਇਹ ਐਪਲੀਕੇਸ਼ਨ, ਮੇਰੀ ਐਸਡੀਐਮ ਦਫ਼ਤਰ ਤੋਂ ਇਹਨੇ ਖੁਰਦ-ਬੁਰਦ ਕਰਵਾ ਦਿੱਤੀ। ਅੱਛਾ। ਉੱਥੇ ਅੱਜ ਕੋਈ ਰਿਕਾਰਡ ਨਹੀਂ ਹੈ। ਤੁਸੀਂ ਨਾਮ ਵੀ ਲਿਖਿਆ ਹੋਇਆ ਕਿ ਪਟਵਾਰੀ ਬਲਕਾਰ ਸਿੰਘ ਦੇ ਦਫ਼ਤਰ ਚੱਕਰ ਲਗਾ ਰਹੇ ਹਨ। ਹਾਂ ਬਿਲਕੁਲ ਸਰ, ਕੋਈ ਸੁਣਵਾਈ ਨਹੀਂ ਹੋਈ ਸਰ। ਕੋਈ ਬੰਦਾ ਇਹਦੇ ਪਰਿਵਾਰ ਤੋਂ ਬਗੈਰ ਇਹਦੇ ਹੱਕ 'ਚ ਕੋਈ ਆਇਆ, ਸਿੰਗਲ ਬੰਦਾ ਵੀ ਇਹਦੇ ਹੱਕ 'ਚ ਕਿਸੇ ਨੇ ਆ ਕੇ ਕਿਹਾ ਉਹ ਵੀ ਨਹੀਂ ਪਟਵਾਰੀ ਨਾਲ ਗਲਤ ਹੋ ਰਿਹਾ। ਪਰਿਵਾਰ ਤਾਂ ਗੈਂਗਸਟਰਾਂ ਦਾ ਵੀ ਉਹਨਾਂ ਦੇ ਨਾਲ ਹੁੰਦਾ, ਉਹ ਵੀ ਕਹਿੰਦਾ ਵੀ ਨਹੀਂ ਸਾਡਾ ਤਾਂ ਬੱਚਾ ਹੀ ਬੇਕਸੂਰ ਸੀਗਾ, ਇਹਦਾ ਪੁਲਿਸ ਨੇ ਜਾਣਬੁੱਝ ਕੇ ਇਨਕਾਊਂਟਰ ਕਰਿਆ। ਜ਼ਿਆਦਾ ਚਿਰ ਤਾਂ ਇੱਧਰਲੇ ਇਲਾਕਿਆਂ 'ਚ ਰਿਹਾ ਨਾ, ਖਨੌਰੀ ਮੁਣਕ ਲਹਿਰਾ, ਤਿੰਨੇ ਥਾਵਾਂ ਤੇ ਪੋਸਟਿੰਗ ਇਹਨੇ ਰਹੀ ਹੈ। ਜੇ ਉਧਰ ਲਹਿਰੇ ਪਾਸੇ ਜ਼ਿਆਦਾ ਲੋਕ ਤੰਗ ਹੋ ਜਾਂਦੇ ਇਹਨੂੰ ਮੁਣਕ ਭੇਜ ਦਿੰਦੇ ਸੀ, ਜੇ ਮੁਣਕ ਵਾਲੇ ਤੰਗ ਹੋ ਗਏ ਖਨੌਰੀ ਭੇਜਤਾ, ਇੰਨੇ ਵੀ ਲਹਿਰੇ ਵਾਲੇ ਭੁੱਲ ਜਾਣਗੇ, ਫਿਰ ਵਾਪਸ ਇਹ ਐਂ ਘੁੰਮਦਾ ਰਹਿੰਦਾ ਸੀ, ਆਪਣੀ ਮਰਜ਼ੀ ਨਾਲ ਪੋਸਟਿੰਗ ਲੈਂਦਾ। ਜਿਹੜੀ ਪੰਚਾਇਤੀ ਜ਼ਮੀਨ ਦੇ ਵਿੱਚ ਸਫੈਦੇ ਜਾਂ ਦਰਖਤ ਲੱਗੇ ਹੋਏ ਸੀ ਉੱਥੇ ਵੀ ਕਣਕ ਦਿਖਾ ਕੇ ਮਾਰ ਪਾਈ ਹੋਈ ਇਹਨੇ। ਇਹ ਤਾਂ ਔਨ ਦੀ ਰਿਕਾਰਡ ਗੱਲ ਹੈ, ਮੈਂ ਨਹੀਂ ਵਰਬਲੀ ਗੱਲਾਂ ਨਹੀਂ ਕਰ ਰਿਹਾ। ਇਹ ਉੱਥੇ ਉਹਨਾਂ ਸਫੈਦਿਆਂ ਦੀ ਵੀ ਕਣਕ ਦਿਖਾ ਕੇ ਨੇ, ਉਸ ਮੈਟਰ ਦੇ ਵਿੱਚ ਇਹ ਸਸਪੈਂਡ ਵੀ ਹੋਇਆ ਸੀ ਕੁਝ ਦਿਨਾਂ ਲਈ, ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ, ਉਦੋਂ ਬਾਅਦ ਫਿਰ ਇਸ ਤਰ੍ਹਾਂ ਹੀ ਬਾਕੀ। ਬਲਕਾਰ ਪਟਵਾਰੀ ਦੀ ਚਰਚਾ ਹੋ ਰਹੀ ਹੈ। ਜਿਹੜੇ ਪਿੰਡ ਚਲੇ ਜਾਓ, ਜਿਹੜੀ ਥਾਂ ਚਲੇ ਜਾਓ, ਉੱਥੇ ਸਿਰਫ ਇਹੀ ਸੁਣਨ ਨੂੰ ਮਿਲਦਾ ਹੈ ਕਿ ਬਾਈ ਬਲਕਾਰ ਪਟਵਾਰੀ ਨੇ ਤਾਂ ਸਾਡੇ ਨਾਲ ਵੀ ਧੱਕਾ ਕੀਤਾ ਸੀ। ਹਾਲ ਹੀ ਦੇ ਵਿੱਚ ਅਸੀਂ ਪਿੰਡ ਮਕਰੋੜ ਸਾਹਿਬ ਜਾ ਕੇ ਆਏ, ਪਿੰਡ ਦੀ ਸੱਥ ਦੇ ਵਿੱਚ ਗੱਲ ਕੀਤੀ, ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਕਈਆਂ ਨੇ ਇਹੀ ਗੱਲ ਕਹੀ ਕਿ ਬਾਈ ਬਲਕਾਰ ਦਾ ਡੰਗਿਆ ਤਾਂ ਲੱਖ ਤੋਂ ਥੱਲੇ ਵਾਪਸ ਨਹੀਂ ਮੁੜਦਾ ਸੀ। ਔਰ ਉੱਥੇ ਹੀ ਗੱਲ ਕਰੀਏ ਅੱਜ ਸੰਦੀਪ ਗਿੱਲ ਹੋਣਾ ਦੀ, ਜਿਹੜੇ ਕਿ ਖਨੌਰੀ ਦੇ ਰਹਿਣ ਵਾਲੇ ਨੇ, ਖਨੌਰੀ ਦੇ ਨਾਲ ਹੀ ਪਿੰਡ ਇਹਨਾਂ ਦਾ ਬਨਾਰਸੀ ਹੈ, ਤਾਂ ਕਹਿੰਦੇ ਮਾਰ ਇਹਨਾਂ ਤੱਕ ਵੀ ਪਈ ਹੈ। ਗੱਲਬਾਤ ਕਰਦੇ ਹਾਂ ਕਿ ਕਿਵੇਂ ਬਲਕਾਰ ਦੇ ਇਹ ਅੜੀਕੇ ਚੜੇ ਔਰ ਕੀ ਕੁਝ ਇਹਨਾਂ ਨੂੰ ਸਹਿਣਾ ਪਿਆ। ਬਾਈ ਸੰਦੀਪ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ, 1-2 ਦਿਨ ਪਹਿਲਾਂ ਮੈਂ ਮਕਰੋੜ ਸਾਹਿਬ ਜਾ ਕੇ ਆਇਆ, ਉਹ ਤਾਂ ਕਹਿੰਦੇ ਕਿ ਬਲਕਾਰ ਦਾ ਟੰਗਿਆ ਤਾਂ ਕਹਿੰਦੇ ਕਿ ਜਿਹੜੀ ਚੁੰਡੀ ਵੜ ਦਿੰਦਾ ਸੀਗਾ ਉਹ ਲੱਖ ਤੋਂ ਘੱਟ ਦੀ ਨਹੀਂ ਹੁੰਦੀ ਸੀ। ਬਿਲਕੁਲ ਸੱਚੀ ਗੱਲ ਹੈ ਬਾਈ ਜੀ, ਬਿਲਕੁਲ 100% ਸਹੀ ਗੱਲ ਹੈ ਇਹ। ਉਹਨੇ ਕੋਈ ਬੰਦਾ ਇਲਾਕੇ ਦਾ ਜਿੱਥੇ ਉਹਦੀ ਡਿਊਟੀ ਰਹੀ ਹੈ, ਕੋਈ ਵੀ ਬੰਦਾ ਉਹਨੇ ਛੱਡਿਆ ਹੀ ਨਹੀਂ। ਉਹਦੇ ਆਪ ਹੀ ਕਾਗਜ਼ਾਂ ਦੇ ਵਿੱਚ ਹੇਰ-ਫੇਰ ਕਰਨਾ, ਫਿਰ ਉਸ ਤੋਂ ਆਪ ਹੀ ਪੈਸੇ ਲੈਣੇ ਠੀਕ ਕਰਨ ਲਈ। ਤੁਹਾਡੀ ਗੱਲਬਾਤ ਕਿਵੇਂ ਸ਼ੁਰੂ ਹੁੰਦੀ ਹੈ? ਤੁਸੀਂ ਕਿਵੇਂ ਪਹਿਲੀ ਵਾਰ ਬਲਕਾਰ ਦੇ ਨਾਲ ਮਿਲਦੇ ਹੋ? ਮੈਂ ਆਪਣੀ ਜ਼ਮੀਨ ਦੀ ਤਕਸੀਮ ਲਈ ਉਹਦੇ ਕੋਲ ਗਿਆ ਸੀਗਾ ਜੀ। ਅਸੀਂ 2 ਭਰਾ ਬਨਾਰਸੀ ਪਿੰਡ ਦੇ ਰਹਿਣ ਵਾਲੇ ਹਾਂ, ਸਾਡੀ ਆਪਸੀ ਵੀ ਘਰੇਲੂ ਚਲੋ ਆਪਾਂ ਵੰਡਵਾਰ ਕਰ ਲੈਂਦੇ ਹਾਂ, ਤੇ ਅਸੀਂ ਉਹਦੇ ਨਾਲ ਕੰਟੈਕਟ ਕੀਤਾ ਵੀ ਸਾਡੀ ਤਕਸੀਮ ਹੈ ਜ਼ਮੀਨ ਦੀ, ਇਹ ਇਸ ਤਰੀਕੇ ਨਾਲ ਕਰਨੀ ਹੈ। ਉਹ ਕਹਿੰਦਾ ਕੋਈ ਨਹੀਂ ਆਪਾਂ ਕਰਾਂਗੇ ਗੱਲ ਬੈਠ ਕੇ, ਕਿੰਨੀ ਜ਼ਮੀਨ ਹੈ ਸਾਡੀ। ਜਿਹੜੀ ਤਕਸੀਮ ਸੀ ਉਹ ਤਕਰੀਬਨ 52 ਕਿੱਲਿਆਂ ਦੀ ਤਕਸੀਮ ਸੀ। ਅੱਛਾ। ਬਾਕੀ ਐਕਸਟਰਾ ਜ਼ਮੀਨ ਹੈ ਜਿਹੜੀ ਉਹ ਹੋਰ ਸੀ। ਠੀਕ ਹੈ।
ਤੇ ਇਹਨੇ ਕਿਹਾ ਵੀ ਤੇਰੇ 52 ਕਿੱਲੇ ਆ ਤੇ ਲੱਖ ਰੁਪਿਆ ਮਿਨੀਮਮ ਤੇਰਾ ਲੱਗੂਗਾ। ਅੱਛਾ। ਮੈਂ ਕਿਹਾ ਜੀ ਲੱਖ ਰੁਪਿਆ ਮੈਂ ਨਹੀਂ ਦੇ ਸਕਦਾ, ਮੇਰਾ ਕਿਹੜਾ ਗਲਤ ਕੰਮ ਹੈ ਕੋਈ। ਹੂੰ ਅਸੀਂ ਸਾਰੇ ਹਿੱਸੇਦਾਰ ਹਾਂ, ਉਹ ਸਹਿਮਤ ਹਾਂ ਅਸੀਂ। ਸਾਡਾ ਘਰੇਲੂ ਮੈਟਰ ਹੈ, ਬ੍ਰਦਰ ਮੇਰੇ ਬ੍ਰਦਰ ਦੀ ਵਾਈਫ, ਮੇਰੀ ਵਾਈਫ, ਮੇਰੇ ਮੰਮੀ ਤੇ ਉਹਦੇ ਬੱਚੇ, ਵੀ ਅਸੀਂ ਜਦੋਂ ਸਹਿਮਤ ਹਾਂ ਸਾਰੇ, ਸਾਡੀ ਜ਼ਮੀਨ ਹੈ, ਅਸੀਂ ਕਰਾਉਣਾ ਚਾਹੁੰਦੇ ਹਾਂ। ਲੱਖ ਰੁਪਿਆ ਕਿਸ ਚੀਜ਼ ਦਾ? ਬਾਕੀ ਨਾਲੇ ਵੱਟਦਾ ਰੋਲਾ ਜਾਂ ਕੋਈ ਸਾਡਾ ਵਿਵਾਦਿਤ ਕੋਈ ਰੌਲਾ। ਤਕਰਾਰ ਨਹੀਂ ਕਿਸੇ ਨਾਲ। ਇਹ ਕਹਿੰਦਾ ਵੀ ਮੈਂ ਲੱਖ ਤੋਂ ਘੱਟ ਮੈਂ ਕੰਮ ਨਹੀਂ ਕਰ ਸਕਦਾ, ਇਹ ਨਾ ਮੈਂ ਕਰਾਂ, ਜਿੱਥੇ ਮਰਜ਼ੀ ਵਗ ਜਾਓ ਤੁਸੀਂ, ਮੇਰੀ ਸ਼ਿਕਾਇਤ ਕਰਨੀ ਸ਼ਿਕਾਇਤ ਕਰ ਸਕਦੇ ਹੋ, ਮੈਂ ਨਹੀਂ ਇਸ ਤੋਂ ਘੱਟ ਕਰਦਾ। ਅੱਛਾ। ਤੇ ਫਿਰ ਅਸੀਂ ਚਲੋ ਇਹਨੂੰ ਰਿਕਵੈਸਟ ਕੀਤੀ ਇੱਕ ਦੋ ਬੰਦਿਆਂ ਦੇ ਹੋਰ ਵਿੱਚ ਪਾ ਕੇ ਵੀ ਤੂੰ ਕੰਮ ਸਾਡਾ ਕਰਵਾ ਦਿਓ, ਵੀ ਚਲੋ ਘੱਟ ਵੱਧ ਕਰਕੇ ਕਰਵਾ ਲਓ। ਸਾਡੀ ਇਹ ਮਨਸਾ ਸੀ ਵੀ ਘੱਟ ਵੱਧ ਕਰਕੇ ਚਲੋ ਜੇ 10-5 ਹਜ਼ਾਰ ਰੁਪਏ ਲੈਂਦਾ ਆਪਾਂ ਦੇ ਦਾਂਗੇ, ਸਾਡੀ ਵੀ ਮਨਸਾ ਸੀ ਇਹ ਵੀ ਧੱਕੇ ਖਾਣ ਨਾਲੋਂ ਤਾਂ। ਬਿਲਕੁਲ। ਪਰ ਇਹ ਜਦੋਂ ਇਹਨੇ ਨਹੀਂ ਵੀ ਲੱਖ ਤੋਂ ਘੱਟ ਮੈਂ ਤਾਂ ਲੈਣਾ ਨਹੀਂ, ਕਹਿੰਦਾ ਤੇਰੇ ਕੋਲ ਬਥੇਰੀ ਜ਼ਮੀਨ ਹੈ, ਲੱਖ ਰੁਪਇਆ ਦੇ ਦੇ। ਫਿਰ ਮੈਨੂੰ ਇਹ ਵਰਡ ਵੀ ਯੂਜ਼ ਕੀਤੇ ਵੀ ਫਿਰ ਤੈਨੂੰ 5-7 ਕਿੱਲੇ ਹੀ ਨਾਮ ਕਰਾ ਦਿੰਦੇ ਆ ਵੀ ਜੇ ਸਾਡੇ ਕੋਲ ਵਾਧੂ ਜ਼ਮੀਨ ਹੈ। ਤੇ ਮੈਂ ਲੱਖ ਰੁਪਇਆ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਇਹਦੀ ਸ਼ਿਕਾਇਤ ਵੀ ਕੀਤੀ ਸੀ ਐਸਡੀਐਮ ਸਾਹਿਬ ਨੂੰ। ਅੱਛਾ। 4/1/2018 ਨੂੰ। ਉਹ ਵੀ ਇਹਨੇ ਮੇਰੀ ਐਪਲੀਕੇਸ਼ਨ ਹੈ ਜਿਹੜੀ ਉੱਥੋਂ ਐਸਡੀਐਮ ਦਫ਼ਤਰ ਤੋਂ ਖੁਰਦ-ਬੁਰਦ ਕਰਵਾਤੀ ਸੀ। ਅੱਛਾ। ਉਸ ਤੋਂ ਪਹਿਲਾਂ ਮੈਂ ਵਿਜੀਲੈਂਸ ਦੇ ਸੰਪਰਕ 'ਚ ਆ ਗਿਆ ਸੀਗਾ ਅਪਰੋਕਸੀਮੇਟਲੀ 31/12/28/29/2017 ਨੂੰ। ਠੀਕ ਹੈ। ਮੈਂ ਵਿਜੀਲੈਂਸ ਨਾਲ ਟਾਈ ਅਪ ਕੀਤਾ ਸੀਗਾ, ਮੈਂ ਇਸ ਤੋਂ ਤੰਗ ਹੋ ਗਿਆ ਸੀਗਾ ਗੇੜੇ ਮਾਰ-ਮਾਰ ਕੇ ਵੀ ਮੈਂ ਇਹਨੂੰ ਫੜਾਣਾ ਹੈ। ਪਰ ਇਹਨੂੰ ਕਿਸੇ ਤਰੀਕੇ ਨਾਲ ਪਤਾ ਲੱਗ ਗਿਆ ਵੀ ਮੈਂ ਵਿਜੀਲੈਂਸ ਦੇ ਸੰਪਰਕ 'ਚ ਹਾਂ। ਅੱਛਾ। ਤੇ ਇਹਨੇ ਫਿਰ ਮੇਰੇ ਤੇ ਹੀ ਝੂਠਾ ਮੁਕੱਦਮਾ ਦਰਜ ਕਰਾਤਾ। ਕਿਸ ਚੀਜ਼ ਦਾ? ਵੀ ਮੇਰੀ ਸਰਕਾਰੀ ਡਿਊਟੀ 'ਚ ਵਿਘਨ ਪਾਣਾ, 353 ਮੇਰੇ ਨਾਲ ਮਾਰਪੀਟ ਕੀਤੀ ਦਫ਼ਤਰ ਆ ਕੇ, ਮੇਰਾ ਰਿਕਾਰਡ ਪਾੜਤਾ ਜੀ, ਮੈਨੂੰ ਗਾਲਾਂ ਕੱਢੀਆਂ ਜੀ। ਤੁਸੀਂ ਕੋਈ ਵਿਘਨ ਪਾਇਆ ਸੀ? ਤੁਹਾਡੀ ਕੋਈ ਆਪਸ ਵਿੱਚ ਬਹਿਸਬਾਜ਼ੀ? ਸਿਰਫ ਇੰਨੀ ਕੁ ਬਹਿਸਬਾਜ਼ੀ ਹੋਈ ਸੀ ਜਿਵੇਂ ਆਪਾਂ ਅੱਜ ਬੈਠੇ ਆ ਵੀ ਪਟਵਾਰੀ ਸਾਹਿਬ ਤੁਸੀਂ ਸਾਡਾ ਕੰਮ ਕਰ ਦਿਓ ਤੇ ਅਸੀਂ ਬਹੁਤ ਟਾਈਮ ਹੋ ਗਿਆ ਤੁਹਾਡੇ ਪਿੱਛੇ ਪਿੱਛੇ ਫਿਰਦਿਆਂ ਨੂੰ, ਇੱਕ ਸਾਡਾ ਕਿਹੜਾ ਗਲਤ ਕੰਮ ਹੈ ਕੋਈ। ਉਹ ਕਹਿੰਦਾ ਤੂੰ ਜਿੱਥੇ ਮਰਜ਼ੀ ਵਗ ਜਾ, ਮੈਂ ਤੇਰਾ ਕੰਮ ਨਹੀਂ ਕਰਦਾ। ਐ ਸਿੱਧਾ ਧਮਕੀਆਂ ਦਿੰਦਾ ਸੀ? ਸਿੱਧੀ ਧਮਕੀਆਂ ਦਿੰਦਾ ਸੀ, ਕਹਿੰਦਾ ਚਾਹੇ ਮੋਦੀ ਕੋਲ ਵਗ ਜਾ, ਨਹੀਂ ਕਰਦਾ ਕਹਿੰਦਾ ਮੈਂ। ਅੱਛਾ। ਹਾਂ। ਤੇ ਜਦੋਂ ਇਹਨੇ ਕੰਮ ਨਹੀਂ ਕੀਤਾ ਸਾਡੀ ਬਹਿਸਬਾਜ਼ੀ ਹੋ ਗਈ ਆਪਸ ਦੇ ਵਿੱਚ। ਬਹਿਸਬਾਜ਼ੀ ਹੋਣ ਤੋਂ ਬਾਅਦ ਕੋਈ ਇਸ਼ੂ ਨਹੀਂ ਸੀਗਾ, ਮੈਂ ਆਪਦੇ ਘਰੇ ਆ ਗਿਆ, ਇਹ ਆਪਦਾ ਕੰਮ ਕਰਨ ਲੱਗਿਆ। ਠੀਕ ਹੈ। ਤੇ ਮੈਨੂੰ ਹਫਤੇ ਬਾਅਦ ਪਤਾ ਚੱਲਦਾ, 4-5 ਦਿਨਾਂ ਬਾਅਦ ਵੀ ਮੇਰੇ ਤੇ ਪਰਚਾ ਦਰਜ ਕਰਾਤਾ। ਅੱਛਾ। ਤੇ ਮੈਂ ਕਿਹਾ ਵੀ ਜਦੋਂ 2 ਜਾਂ 1 ਤਰੀਕ ਦਾ ਇਨਸੀਡੈਂਟ ਹੈ ਜਿਹੜੀ ਆਪਣੀ ਟੇਬਲ ਟਾਕ ਹੋਈ ਹੈ ਜੀ, ਵੀ ਪਰਚਾ 7 ਤਰੀਕ ਨੂੰ ਕਿਵੇਂ ਹੋ ਰਿਹਾ? ਇਹ ਤਾਂ ਫੇਕ ਹੀ ਸੀਗਾ। ਫਿਰ ਇਹਨਾਂ ਨੇ ਪਲਾਨ ਬਣਾਇਆ ਵੀ ਇਹਨੂੰ ਆਪਾਂ ਪ੍ਰੈਸ਼ਰਾਈਜ਼ ਕਿਵੇਂ ਕਰੀਏ, ਵੀ ਇਹਨੂੰ ਤਾਂ ਹੁਣ ਆਪਣੀ ਸ਼ਿਕਾਇਤ ਦੇਣੀ ਸ਼ੁਰੂ ਕਰਤੀ ਐਸਡੀਐਮ ਦਫ਼ਤਰ। ਇਹਨੇ ਦੱਸਦੀ, ਮੈਂ ਉਹਨੂੰ ਕਲੀਅਰ ਕੱਟ ਲਿਖਿਆ ਹੋਇਆ, ਮੇਰੇ ਕੋਲੇ ਐਪਲੀਕੇਸ਼ਨ ਹੈਗੀ ਐਸਡੀਐਮ ਨੂੰ ਦਿੱਤੀ ਸੀ ਜਿਹੜੀ ਮੈਂ, ਵੀ ਇਹ ਮੈਨੂੰ ਲੱਖ ਰੁਪਇਆ ਮੰਗਿਆ 4 ਤਰੀਕ ਨੂੰ ਮੈਂ ਦਿੱਤੀ ਸੀਗੀ, ਉਹਦੀ ਕਾਪੀ ਮੇਰੇ ਕੋਲੇ ਹੈਗੀ ਹੈ। ਇਹ ਆਹ ਦੇਖੋ ਵੀ ਇਹਨੇ 1 ਲੱਖ ਰੁਪਇਆ ਮੇਰੇ ਤੋਂ ਮੰਗਦਾ ਹੈ ਜੀ, ਤੇ ਮੈਂ ਕਲੀਅਰ ਕੱਟ ਲਈ ਐਸਡੀਐਮ ਨੂੰ ਦਿੱਤੀ। ਇਹ ਐਪਲੀਕੇਸ਼ਨ ਮੇਰੀ ਐਸਡੀਐਮ ਦਫ਼ਤਰ ਤੋਂ ਇਹਨੇ ਖੁਰਦ-ਬੁਰਦ ਕਰਵਾਤੀ। ਅੱਛਾ। ਉੱਥੇ ਕੋਈ ਰਿਕਾਰਡ ਨਹੀਂ ਹੈ। ਤੁਸੀਂ ਨਾਮ ਵੀ ਲਿਖਿਆ ਹੋਇਆ ਕਿ ਪਟਵਾਰੀ ਬਲਕਾਰ ਸਿੰਘ ਦੇ ਦਫ਼ਤਰ ਚੱਕਰ ਲਗਾ ਰਹੇ ਹਾਂ। ਹਾਂ ਬਿਲਕੁਲ ਸਰ, ਕੋਈ ਸੁਣਵਾਈ ਨਹੀਂ ਹੋਈ ਸਾਡੀ। ਉਸ ਤੋਂ ਬਾਅਦ ਫਿਰ ਅਸੀਂ ਡੀਸੀ ਸੰਗਰੂਰ ਨੂੰ ਮਿਲਿਆ ਮੈਂ। ਅੱਛਾ। ਤੇ ਡੀਆਰਓ ਨੂੰ ਮਿਲਿਆ ਮੈਂ, ਸੈਕਟਰੀ ਮਾਲ ਤੱਕ ਗਿਆ ਮੈਂ। ਅੱਛਾ। ਪਰ ਜਿੰਨਾ ਚਿਰ ਇਹ ਬਨਾਰਸੀ ਪਿੰਡ ਰਿਹਾ ਇਹਨੇ ਮੇਰਾ ਇੰਤਕਾਲ ਨਹੀਂ ਦਰਜ ਕੀਤਾ। ਚੈਲੰਜ ਕੀਤਾ ਸੀ ਵੀ ਜੇ ਕਹਿੰਦਾ ਮੈਂ ਬਲਕਾਰ ਸਿੰਘ ਪਟਵਾਰੀ ਮੇਰਾ ਨਾਮ ਬਦਲ ਦਿਓ ਜੇ ਮੈਂ ਤੇਰਾ ਇੰਤਕਾਲ ਦਰਜ ਕਰਦਾ। ਪਰ ਪਰਿਵਾਰ ਦੀ ਗੱਲ ਸੁਣਦੇ ਆ, ਉਹਨਾਂ ਦੇ ਪਤਨੀ ਕਹਿ ਰਹੇ ਨੇ, ਕਹਿੰਦੇ ਅਸੀਂ ਤਾਂ ਬਿਲਕੁਲ ਨਿਰਦੋਸ਼ ਹਾਂ, ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ, ਔਰ ਕਹਿੰਦੇ ਕਿ ਅਸੀਂ ਤਾਂ ਮਿਹਨਤਾਂ ਕਰਕੇ ਜ਼ਮੀਨਾਂ ਜੋੜੀਆਂ ਨੇ। ਕਹਿੰਦੇ ਐਵੇਂ ਨਹੀਂ ਕਿ ਅਸੀਂ ਕਿਸੇ ਦੀ ਜ਼ਮੀਨ ਹੜਪ ਲਈ ਹੋਵੇ, ਕਿਸੇ ਦੇ ਉੱਤੇ ਕਬਜ਼ਾ ਕਰ ਲਿਆ ਹੋਵੇ। ਕਹਿੰਦੇ ਡੇਅਰੀ ਫਾਰਮਿੰਗ ਦਾ ਕੰਮ ਹੈ, ਤੂੜੀ ਵੇਚ-ਵੇਚ ਕੇ ਸਭ ਅਸੀਂ ਜ਼ਮੀਨਾਂ ਜੋੜੀਆਂ ਨੇ। ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਕੋਈ ਬੰਦਾ ਇਹਦੇ ਪਰਿਵਾਰ ਤੋਂ ਬਗੈਰ ਇਹਦੇ ਹੱਕ 'ਚ ਕੋਈ ਆਇਆ? ਸਿੰਗਲ ਬੰਦਾ ਵੀ ਇਹਦੇ ਹੱਕ 'ਚ ਕਿਸੇ ਨੇ ਆ ਕੇ ਕਿਹਾ ਉਹ ਵੀ ਨਹੀਂ ਪਟਵਾਰੀ ਨਾਲ ਗਲਤ ਹੋ ਰਿਹਾ? ਪਰਿਵਾਰ ਤਾਂ ਗੈਂਗਸਟਰਾਂ ਦਾ ਵੀ ਉਹਨਾਂ ਦੇ ਨਾਲ ਹੁੰਦਾ ਹੈ। ਉਹ ਵੀ ਕਹਿੰਦਾ ਵੀ ਨਹੀਂ ਸਾਡਾ ਤਾਂ ਬੱਚਾ ਹੀ ਬੇਕਸੂਰ ਸੀਗਾ, ਇਹਦਾ ਪੁਲਿਸ ਨੇ ਜਾਣਬੁੱਝ ਕੇ ਇਨਕਾਊਂਟਰ ਕਰਿਆ। ਇਹ ਇੱਕ ਤਾਂ ਗੈਂਗਸਟਰ ਹੁੰਦਾ ਬੰਦੂਕ ਵਾਲਾ, ਇਹ ਕਲਮ ਵਾਲਾ ਗੈਂਗਸਟਰ ਹੈ। ਇਹਨੇ ਆਪਦੀ ਕਲਮ ਦੇ ਨਾਲ ਇੰਨਾ ਗੈਂਗਸਟਰ ਕੀਤਾ ਹੈ, ਲੋਕਾਂ ਦੇ ਵਿੱਚ ਇੰਨਾ ਖੋਪ ਪੈਦਾ ਕੀਤਾ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਹੀ ਖੁਰਦ-ਬੁਰਦ ਕਰਤੀਆਂ। ਲੋਕੀ ਡਰਦੇ ਸੀ ਇਸ ਤੋਂ। ਡਰਦੇ ਇਸ ਤਰ੍ਹਾਂ ਸੀਗੇ ਕਿ ਕੋਈ ਕੇਸ ਸੀਗਾ, ਇਹਨੇ ਉਹਦਾ ਹਿੱਸਾ ਹੀ ਖਤਮ ਕਰਤਾ ਸੀਗਾ ਲੇਡੀਜ਼ ਦਾ ਜ਼ਮੀਨ ਦਾ। ਅੱਛਾ। ਫਿਰ ਕਿ ਤੁਹਾਨੂੰ ਵੀ ਇਹ ਜਿਹੇ ਥ੍ਰੈਟ ਦਿੰਦਾ ਸੀ? ਫਿਰ ਬਾਅਦ ਮੈਨੂੰ ਇਹਨੇ ਥ੍ਰੈਟ ਦਿੱਤਾ ਸੀਗਾ। ਮੇਰਾ ਇੱਕ ਪਲਾਟ ਹੈ ਖਨੌਰੀ, ਮੁਕੱਦਮਾ ਦਰਜ ਹੋਣ ਤੋਂ ਬਾਅਦ ਜਦੋਂ ਇਹਦੀਆਂ ਮੈਂ ਸ਼ਿਕਾਇਤਾਂ ਕਰਨੋਂ ਨਹੀਂ ਹਟਿਆ, ਮੈਂ ਇਹਦੇ ਅੱਗੇ ਨਹੀਂ ਝੁਕਿਆ। ਮਤਲਬ ਮੈਂ ਇਹਦੇ ਅੱਗੇ ਝੁਕਿਆ ਨਹੀਂ। ਮੈਂ ਕਿਹਾ ਵੀ ਮੇਰਾ ਕੰਮ ਤਾਂ ਕਰਨਾ ਹੀ ਪਊਗਾ, ਪਰਚਾ ਦਰਜ ਕਰਾ ਦੋ, ਸੈਪਰੇਟ ਮੈਟਰ ਹੈ, ਕਰਾ ਤਾ ਕੋਰਟ ਦੇਖੂਗੀ। ਜੇ ਤੂੰ ਸਹੀ ਹੈ ਮੈਨੂੰ ਕਨਵਿਕਟਡ ਕਰ ਦੂਗੀ, ਜੇ ਮੈਂ ਸਹੀ ਮੈਨੂੰ ਬਰੀ ਕਰ ਦੂਗੀ। ਪਰ ਮੇਰਾ ਕੰਮ ਤਾਂ ਪਟਵਾਰੀ ਤੂੰ ਹੈ, ਮੇਰੇ ਮੌਕੇ ਤਾਂ ਤੂੰ ਹੀ ਕਰਨਾ ਹੈ। ਬਿਲਕੁਲ। ਕਹਿੰਦਾ ਮੇਰਾ ਚੈਲੰਜ ਹੈ, ਕਹਿੰਦਾ ਮੈਂ ਤੇਰਾ ਕੋਈ ਕੰਮ ਨਹੀਂ ਕਰੂੰਗਾ। ਇਹਨੇ ਮੇਰਾ ਕੰਮ ਕੋਈ ਕਰਿਆ ਵੀ ਨਹੀਂ। ਠੀਕ ਹੈ। ਤੇ ਉਹ ਤੁਹਾਡੇ ਸਾਹਮਣੇ ਔਨ ਦਾ ਰਿਕਾਰਡ ਹੈ। ਜਦੋਂ ਇਹਦੀ ਬਦਲੀ ਹੋ ਗਈ, ਨਵਾਂ ਪਟਵਾਰੀ ਆ ਗਿਆ, ਨਵੇਂ ਪਟਵਾਰੀ ਨੇ ਮੇਰਾ ਇੰਤਕਾਲ ਦਰਜ ਕਰਿਆ, ਜਦ ਕਿ ਡੀਸੀ ਸੰਗਰੂਰ ਦੀ ਸਖਤ ਹਦਾਇਤ ਸੀ ਵੀ ਇਹਦਾ ਜਿਹੜਾ ਕੰਮ ਹੈ 15 ਦਿਨਾਂ ਦੇ ਅੰਦਰ ਕਰਕੇ ਮੈਨੂੰ ਰਿਪੋਰਟ ਭੇਜੋ। ਤਾਂ ਡੀਸੀ ਨੂੰ ਵੀ ਨਹੀਂ ਕੁਝ ਸਮਝਦਾ? ਡੀਸੀ ਨੂੰ ਵੀ ਕੁਝ ਨਹੀਂ ਸਮਝਿਆ। ਇਹਨੇ ਸਰਿਆਮ ਕਹਿੰਦਾ ਸੀਗਾ ਵੀ ਡੀਸੀ ਸੰਗਰੂਰ ਨੂੰ ਵੀ ਕਹਿ ਦਿਓ ਜਾ ਕੇ, ਮੈਂ ਮੇਰਾ ਕੁਝ ਨਹੀਂ ਵਿਗਾੜ ਸਕਦਾ ਕੋਈ।
ਉਹ ਕੀ ਵਿਗਾੜ ਅਜਿਹੀ ਸਕਦਾ। ਕਿਹੜੀ ਸ਼ਹਿ ਸੀ ਇਹਨੂੰ, ਕਿਹੜੇ ਲੋਕਾਂ ਦੀ ਸ਼ਹਿ ਸੀ ਕਿ ਕਦੀ ਇਹ ਦਬਿਆ ਹੀ ਨਹੀਂ? ਇਹਨੂੰ ਹੰਕਾਰ ਸੀ, ਜਿਹੜੀ ਵੀ ਕੋਈ ਗਵਰਨਮੈਂਟ ਆਉਂਦੀ ਸੀ ਉਹਦੇ ਬੰਦੇ ਇਹ ਪੱਟ ਲੈਂਦਾ ਸੀਗਾ 2-3। ਅੱਛਾ। ਉਹਨਾਂ ਦੇ ਰਾਹੀਂ ਫਿਰ ਇਹ ਪੂਰੀ ਕਰਪਸ਼ਨ ਕਰਦਾ ਸੀਗਾ। ਇਹ ਉਹਨਾਂ ਦੇ ਬੰਦੇ ਪੱਟ ਕੇ ਉਹ ਬੰਦੇ ਇਹਨਾਂ ਨੂੰ ਸਹਿ ਦਿੰਦੇ ਸੀ ਵੀ ਤੂੰ ਜੋ ਮਰਜ਼ੀ ਕਰ, ਅਸੀਂ ਤੇਰੇ ਨਾਲ ਖੜੇ ਆ। ਪਰਿਵਾਰ ਤਾਂ ਇਹ ਵੀ ਕਹਿੰਦਾ ਸਾਡੇ ਕੋਲ ਤਾਂ 32 ਕਿੱਲੇ ਜ਼ਮੀਨ ਹੈ, ਕਹਿੰਦੇ ਜੇ ਵਾਧੂ ਨਿਕਲੀ ਤਾਂ ਅਸੀਂ ਦਾਨ ਕਰਨ ਨੂੰ ਵੀ ਤਿਆਰ ਆ। ਕਹਿੰਦੇ ਤੁਸੀਂ 32 ਦਾ ਹਿਸਾਬ ਦੇ ਦਿਓ ਕਿੱਥੋਂ ਆਈ ਹੈ। 32 ਵੀ ਕਿੱਥੋਂ ਆਈ ਹੈ? ਤੁਹਾਡੇ ਕੋਲੇ 2 ਕਿੱਲੇ ਜ਼ਮੀਨ ਸੀ ਜਾਂ 2.5 ਕਿੱਲੇ ਜ਼ਮੀਨ ਸੀ, ਉਸ ਤੋਂ ਐਕਸਟਰਾ ਕਿੱਥੋਂ ਆਈ ਹੈ? ਤੁਸੀਂ ਇੱਕ ਦੱਸ ਦਿਓ ਵੀ ਇੱਕ ਮੁਲਾਜ਼ਮ ਆਪਣੀ ਤਨਖਾਹ ਦੇ ਵਿੱਚ 32 ਕਿੱਲੇ ਜ਼ਮੀਨ ਲੈ ਸਕਦਾ? ਫਿਰ ਤਾਂ ਪੰਜਾਬ ਸਰਕਾਰ ਦੇ ਕਿੰਨੇ ਮੁਲਾਜ਼ਮ ਨੇ, ਉਹਨਾਂ ਕੋਲ ਤਾਂ ਕਿਸੇ ਕੋਲ ਜ਼ਮੀਨ ਨਹੀਂ ਜੁੜੀ। ਜਿਹੜੇ 2-4 ਨੇ ਕਰਪਸ਼ਨ ਕੀਤਾ ਉਹਨਾਂ ਕੋਲ ਹੀ ਜੁੜੀ ਹੈ, ਬਾਕੀ ਤਾਂ ਕੋਈ ਨਹੀਂ ਜੁੜੀ ਕਿਸੇ ਕੋਲੇ। 32,000 ਤਨਖਾਹ ਹੁੰਦੀ ਹੈ ਪਟਵਾਰੀ ਦੀ, ਮੈਨੂੰ ਲੱਗਦਾ ਚਲੋ 32 ਨਹੀਂ, ਵੱਧ ਕੇ 50 ਹੋ ਗਈ ਹੋਵੇਗੀ, ਲੱਖ ਹੋ ਗਈ ਹੋਊਗੀ। ਬੱਚੇ ਵੀ ਨੇ, ਬੱਚਿਆਂ ਦੀ ਫੀਸਾਂ ਵੀ ਨੇ, ਘਰ ਦਾ ਖਰਚਾ ਵੀ ਹੈ। ਇੰਨੀ ਆਲੀਸ਼ਾਨ ਕੋਠੀ ਸ਼ਹਿਰ ਪਟਿਆਲੇ 'ਚ ਬੈਠੇ ਨੇ, ਸ਼ੋਪਿੰਗ ਵੀ ਕਰੀ ਹੋਣੀ। ਇਹ ਤਾਂ ਹੁਣ ਕੱਲੀ ਚੀਜ਼ ਦਾ ਜਾਂਚ ਦਾ ਵਿਸ਼ਾ ਹੈ, ਆਪੇ ਪਤਾ ਲੱਗ ਜੂਗਾ ਵੀ ਘਰ 'ਚ ਕੀ ਲੱਗਿਆ ਹੋਇਆ। ਕੱਲ ਨੂੰ ਇਹ ਨਾ ਪਤਾ ਲੱਗੇ ਵੀ ਬਲਕਾਰ ਪਟਵਾਰੀ ਦੇ ਘਰੇ ਤਾਂ ਅਖਰੋਟ ਦੀ ਲੱਕੜ ਲੱਗੀ ਹੋਈ ਹੈ, ਇਹ ਵੀ ਹੋ ਸਕਦਾ। ਤਾਂ ਕੀ ਪਿੰਡ 'ਚ ਤੁਹਾਡੇ ਹੋਰ ਵੀ ਅਜਿਹੇ ਕੋਈ ਲੋਕ ਹੈਗੇ ਨੇ, ਜਿਵੇਂ ਤੁਸੀਂ ਇਹ ਗੱਲ ਆਪਣੀ ਅੱਜ ਦੱਸੀ ਹੈ ਕਿ ਤੁਹਾਨੂੰ ਐਵੇਂ ਕੁਝ ਗੁਜ਼ਰਨਾ ਪਿਆ, ਤਾਂ ਹੋਰ ਵੀ ਕੋਈ ਲੋਕ ਹੈਗੇ ਨੇ? ਸਾਡਾ ਜਿਹੜਾ ਇਲਾਕਾ ਹੈ ਉਹ ਥੋੜਾ ਜਿਹਾ ਬੈਕਵਰਡ ਸਮਝਿਆ ਜਾਂਦਾ ਹੈ। ਲੋਕੀ ਪਟਵਾਰੀ ਹੋਇਆ, SHO ਹੋਇਆ, ਇਹਨਾਂ ਅੱਗੇ ਆਵਾਜ਼ ਨਹੀਂ ਉਠਾ ਸਕਦੇ, ਡਰਦੇ ਨੇ ਵੀ ਪਤਾ ਨਹੀਂ ਕੱਲ ਨੂੰ ਕੀ ਕਰ ਦੂਗਾ ਇਹ। ਕੋਈ ਜਿਹੜਾ ਹੁੰਦਾ ਵੀ ਜਾਂ ਤਾਂ ਜ਼ਿਆਦਾ ਤੰਗ ਹੋ ਜਾਂਦਾ ਹੈ, ਉਹ ਆਵਾਜ਼ ਚੱਕਦਾ, ਜਾਂ ਫਿਰ ਵੀ ਅਗਲਾ ਕਹਿੰਦਾ ਵੀ ਮੈਂ ਪੈਸੇ ਦੇਣੇ ਨਹੀਂ ਜਦ ਮੇਰਾ ਕੰਮ ਹੀ ਸਹੀ ਹੈ, ਜਾਂ ਫਿਰ ਉਹ ਆਵਾਜ਼ ਚੱਕਦਾ। ਲੋਕਾਂ ਦੇ ਕੰਮ ਤਾਂ ਇਹਨੇ ਤੰਗ ਤਾਂ ਇਹਨੇ ਸਾਰੇ ਹੀ ਕਰੇ ਨੇ। ਖਨੌਰੀ ਦੇ ਵਿੱਚ ਹੋ ਸਕਦਾ ਮੇਰੀ ਆਵਾਜ਼ ਸੁਣ ਕੇ 5-7 ਹੋਰ ਬੰਦੇ ਸਾਹਮਣੇ ਆ ਜਾਣ, ਤੰਗ ਤਾਂ ਇਹਨੇ ਸਾਰੇ ਹੀ ਕਰੇ ਨੇ। ਚਿਰ ਤਾਂ ਇਧਰਲੇ ਇਲਾਕਿਆਂ 'ਚ ਹੀ ਰਿਹਾ ਨਾ, ਖਨੌਰੀ, ਮੁਣਕ, ਲਹਿਰਾ, ਤਿੰਨੇ ਥਾਵਾਂ ਤੇ ਪੋਸਟਿੰਗ ਇਹਨੇ ਰਹੀ ਹੈ। ਜੇ ਉਧਰ ਲਹਿਰੇ ਪਾਸੇ ਜ਼ਿਆਦਾ ਲੋਕ ਤੰਗ ਹੋ ਜਾਂਦੇ ਇਹਨੂੰ ਮੁਣਕ ਭੇਜ ਦਿੰਦੇ ਸੀ, ਜੇ ਮੁਣਕ ਵਾਲੇ ਤੰਗ ਹੋ ਗਏ ਖਨੌਰੀ ਭੇਜਤਾ, ਇਹਨੇ ਵੀ ਲਹਿਰੇ ਵਾਲੇ ਭੁੱਲ ਜਾਣਗੇ, ਫਿਰ ਵਾਪਸ ਐਂ ਹੀ ਘੁੰਮਦਾ ਰਹਿੰਦਾ ਸੀ, ਆਪਣੀ ਮਰਜ਼ੀ ਨਾਲ ਪੋਸਟਿੰਗ ਲੈਂਦਾ ਸੀ ਇਹ। ਵੀ ਮੈਨੂੰ ਸਰਪੰਚ ਵੀ ਪੂਰੇ ਦੇ ਕੰਟਰੋਲ 'ਚ ਹੁੰਦੇ ਸੀਗੇ? ਨਹੀਂ, ਸਰਪੰਚ ਤਾਂ ਜਿਹੜਾ ਇੱਧਰ ਸਾਡੇ ਸਰਪੰਚ ਦਾ ਤਾਂ ਕੋਈ ਮੈਟਰ ਨਹੀਂ। ਮਕੌੜ ਸਾਹਿਬ ਵਾਲਾ ਹੀ ਸਰਪੰਚ ਜਿਹੜਾ ਸੀਗਾ ਜ਼ਿਆਦਾ, ਉਹ ਇਹਦਾ ਸੀਗਾ। ਇਹਨੇ ਮਕੌੜ ਸਾਹਿਬ ਕਲੋਨੀ ਵੀ ਕੱਟੀ ਹੋਈ ਹੈ, 2 ਕਿੱਲੇ ਜ਼ਮੀਨ ਲੈ ਕੇ ਕਲੋਨੀ ਕੱਟੀ ਹੋਈ ਹੈ। ਉਹਦੀ ਗਲੀ ਗੁਲੀ ਹੈ ਜਿਹੜੀ ਉਹ ਸਰਪੰਚ ਨੇ ਬਣਾਈ ਹੈ। ਔਰ ਕਿਉਂਕਿ ਇਹਨਾਂ ਇਲਾਕਿਆਂ 'ਚ ਤਾਂ ਘੱਗਰ ਦੀ ਮਾਰ ਵੀ ਬਹੁਤ ਰਹਿੰਦੀ ਹੈ, ਤਾਂ ਬਹੁਤੇ ਲੋਕ ਤਾਂ ਇਹ ਵੀ ਕਹਿ ਰਹੇ ਸੀ, ਕਹਿੰਦੇ ਕਿ ਜਦੋਂ ਮਾਰ ਦੇ ਪੈਸੇ ਲੈਣ ਜਾਂਦੇ ਸੀ ਉਹਦੇ ਵਿੱਚ ਵੀ ਹਿੱਸੇਦਾਰੀ ਹੁੰਦੀ ਸੀ। ਬਿਲਕੁਲ, ਜਦੋਂ ਪਰਮਿੰਦਰ ਢੀਂਡਸਾ ਜੀ ਵਿੱਤ ਮੰਤਰੀ ਪੰਜਾਬ ਸੀਗੇ, ਸਾਡੇ ਏਰੀਏ 'ਚ ਗੜੇਮਾਰੀ ਹੋਈ ਸੀ, ਉਦੋਂ ਉਹਨਾਂ ਨੇ 33 ਕਰੋੜ ਰੁਪਇਆ ਲਹਿਰੇ ਹਲਕੇ ਨੂੰ ਦਿੱਤਾ ਸੀਗਾ ਗੜੇਮਾਰੀ ਕਾਰਨ। ਠੀਕ ਹੈ, 33 ਕਰੋੜ ਰੁਪਇਆ ਬਹੁਤ ਵੱਡੀ ਰਕਮ ਹੁੰਦੀ ਹੈ। ਇਹਨੇ ਉਸ ਟਾਈਮ ਜਿਹੜੀ ਪੰਚਾਇਤੀ ਜ਼ਮੀਨ ਬੱਲਰਾਂ ਪਿੰਡ ਦੀ ਹੋਊਗੀ ਜਾਂ ਮੁਣਕ ਦੇ ਨੜ ਮੁਣਕ ਡਿਊਟੀ ਸੀ ਉਦੋਂ ਇਹਦੀ, ਜਿਹੜੀ ਪੰਚਾਇਤੀ ਜ਼ਮੀਨ ਦੇ ਵਿੱਚ ਸਫੈਦੇ ਜਾਂ ਦਰਖਤ ਲੱਗੇ ਹੋਏ ਸੀ, ਉੱਥੇ ਵੀ ਕਣਕ ਦਿਖਾ ਕੇ ਮਾਰ ਪਾਈ ਹੋਈ ਇਹਨੇ। ਇਹ ਤਾਂ ਔਨ ਦੀ ਰਿਕਾਰਡ ਗੱਲ ਹੈ, ਮੈਂ ਨਹੀਂ ਵਰਬਲੀ ਗੱਲਾਂ ਨਹੀਂ ਕਰ ਰਿਹਾ। ਇਹ ਉੱਥੇ ਉਹਨਾਂ ਸਫੈਦਿਆਂ ਦੀ ਵੀ ਕਣਕ ਦਿਖਾ ਕੇ ਨੇ। ਉਸ ਮੈਟਰ ਦੇ ਵਿੱਚ ਇਹ ਸਸਪੈਂਡ ਵੀ ਹੋਇਆ ਸੀ ਕੁਝ ਦਿਨਾਂ ਲਈ, ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ, ਉਦੋਂ ਬਾਅਦ ਫਿਰ ਇਸ ਤਰ੍ਹਾਂ ਹੀ ਬਾਗੋ ਬਾਗ। ਔਰ ਬਾਈ ਜੀ, ਫਿਰ ਜਦੋਂ ਤੁਹਾਡੇ ਤੇ ਪਰਚਾ ਪਿਆ ਤਾਂ ਉਦੋਂ ਇਹਨੇ ਪ੍ਰੈਸ਼ਰ ਨਹੀਂ ਕੋਈ ਬਣਾਇਆ ਕਿ ਹੁਣ ਸਮਝੌਤਾ ਕਰ ਲੈ, ਕੰਪਲੇਂਟਾਂ ਵਾਪਸ ਲੈ ਲੈ, ਕਿਸੇ ਤਰੀਕੇ ਦੇ ਨਾਲ ਤੁਹਾਡੇ ਬਹੁਤ ਪ੍ਰੈਸ਼ਰ ਬਣਾਇਆ ਇਹਨੂੰ। ਬੰਦੇ ਭੇਜੇ ਮੇਰੇ ਕੋਲੇ ਵੀ ਤੂੰ ਮੇਰੀਆਂ ਸ਼ਿਕਾਇਤਾਂ ਨਾ ਕਰ, ਤੇਰਾ ਨੁਕਸਾਨ ਕਰ ਦੂੰਗਾ ਮੈਂ, ਪਰ ਮੈਂ ਨਹੀਂ ਦਬਿਆ। ਤੇ ਮੈਂ ਕਿਹਾ ਵੀ ਮੇਰਾ ਜਾਂ ਤਾਂ ਕੰਮ ਕਰ, ਤੇ ਇੱਕ ਸਾਡੇ ਨਾਲ ਸਮਝੌਤਾ ਵੀ ਕਰ ਗਿਆ ਸੀ ਇਹ, ਇਨ ਬਿਟਵੀਨ ਸਾਡਾ ਸਮਝੌਤਾ ਵੀ ਹੋ ਗਿਆ ਸੀਗਾ। ਕੁਝ ਪਿੰਡ ਦੇ ਬੰਦੇ ਸੀਗੇ, ਕੁਝ ਹੋਰ ਬੰਦੇ ਸੀਗੇ, ਵੀ ਸਮਝੌਤਾ ਵੀ ਕਰਾਇਆ ਸੀ, ਪਰ ਇਹ ਸਮਝੌਤਾ ਕਰਕੇ ਦੁਬਾਰੇ ਫਿਰ ਮੁੱਕਰ ਗਿਆ ਇਹ। ਸਾਡੀ ਗੱਲ ਹੋ ਗਈ ਸਮਝੌਤਾ, ਰਿਟਨ ਦੇ ਵਿੱਚ ਐਫੀਡੈਵਿਟ ਹੈਗਾ ਮੇਰੇ ਕੋਲੇ ਸਮਝੌਤੇ ਦਾ। ਜਦੋਂ ਕਿਹਾ ਵੀ ਚਲੋ ਆਪਾਂ ਕੁਐਸਿੰਗ ਪਾਓ ਹਾਈ ਕੋਰਟ, ਤੇ ਇਹਨੇ ਕੰਡੀਸ਼ਨ ਰੱਖਦੀ ਵੀ ਜਿੰਨਾ ਚਿਰ ਮੈਂ ਤਹਿਸੀਲ ਦੇ ਵਿੱਚ ਰਹੂੰਗਾ ਵੀ ਤੂੰ ਤਹਿਸੀਲ 'ਚ ਨਹੀਂ ਆਏਗਾ। ਅੱਛਾ। ਮੈਂ ਕਿਹਾ ਮੈਂ ਇਹ ਕਿਵੇਂ ਹੋ ਸਕਦਾ ਵੀ ਮੇਰੀ ਤਹਿਸੀਲ ਹੈ, ਮੈਂ ਤਾਂ ਰੋਜ਼ ਕੰਮ ਕਰਾਣੇ ਨੇ, ਮੇਰੇ ਤਾਂ ਜ਼ਮੀਨ ਦੇ ਕੰਮ ਨੇ, ਕਦੇ ਮੈਂ ਲੋਨ ਲੈਣਾ ਹੈ, ਕਦੇ ਮੈਂ ਲੋਨ ਫੱਕ ਕਰਾਣਾ। ਮੈਂ ਆਪਦੇ ਫੱਕ ਸਰਟੀਫਿਕੇਟ ਇਹਨੂੰ ਦੇ ਕੇ ਗਿਆ, ਮੇਰੇ ਸਾਹਮਣੇ ਨੇ ਮੇਰੇ ਸਰਟੀਫਿਕੇਟ ਪਾੜ ਕੇ ਸਿੱਟ ਤੇ। ਅੱਛਾ। ਕਹਿੰਦਾ ਮੈਂ ਨਹੀਂ ਫੱਕ ਕਰਦਾ, ਜਿੱਥੇ ਮਰਜ਼ੀ ਵਗ ਜਾ। ਫਿਰ ਮੈਂ ਮੇਰੇ ਆਪਦੇ ਫੱਕ ਸਰਟੀਫਿਕੇਟ ਇਹਨੂੰ ਬਾਏ ਪੋਸਟ ਭੇਜੇ ਨੇ, ਉਹ ਮੇਰੇ ਕੋਲੇ ਪੋਸਟ ਵੀ ਨੇ, ਤੇ ਜਿਹੜੀ ਰਸੀਦ ਮਿਲਦੀ ਹੈ ਪੋਸਟ ਆਫਿਸ ਚੋਂ ਉਹ ਵੀ ਹੈ ਮੇਰੇ ਕੋਲੇ, ਤੇ ਐਸਡੀਐਮ ਦੇ ਰਾਹੀਂ ਮੇਰੇ ਜਿਹੜੀ ਜ਼ਮੀਨ ਹੈ ਇਹਨੇ ਫੱਕ ਕਰੀ ਹੈ। ਤੁਸੀਂ ਜਿਵੇਂ ਜ਼ਿਕਰ ਵੀ ਕੀਤਾ ਕਿ ਬਹੁਤ ਸਾਰੇ ਬੰਦੇ ਤਾਂ ਬੋਲਦੇ ਹੀ ਨਹੀਂ ਹੈ, ਪਿਛੜਿਆ ਹੋਇਆ ਇਲਾਕਾ ਹੈ, ਤਾਂ ਪਰਿਵਾਰ ਵੱਲੋਂ ਤੁਹਾਨੂੰ ਨਹੀਂ ਕਿਹਾ ਗਿਆ ਕਿ ਰਹਿਣ ਦੋ ਸੰਦੀਪ, ਕਾਹਨੂੰ ਚੱਕਰਾਂ 'ਚ ਪੈ ਰਹੇ ਹਾਂ ਆਪਾਂ, ਕਿਉਂ ਕਿਸੇ ਬੰਦੇ ਦੇ ਨਾਲ ਆਪਾਂ ਰਸੂਖਦਾਰ ਬੰਦੇ ਨਾਲ ਐਵੇਂ ਮੱਥਾ ਲਾਉਣਾ? ਮੈਨੂੰ ਕਿਹਾ ਗਿਆ ਪਰਿਵਾਰ ਵੱਲੋਂ, ਪਰ ਮੈਂ ਸਮਝਾਇਆ ਵੀ ਜੇ ਆਪਾਂ ਇਸ ਤਰ੍ਹਾਂ ਕਰਾਂਗੇ, ਆਪਾਂ ਤਾਂ ਰੋਜ਼ ਕੰਮ ਕਰਾਣੇ ਨੇ ਜ਼ਮੀਨ ਦੇ, ਆਪਣਾ ਤਾਂ ਰੋਜ਼ ਤਹਿਸੀਲ ਨਾਲ ਵਾਹ ਪੈਣਾ, ਫਿਰ ਇਸ ਤਰ੍ਹਾਂ ਦਾ ਕੰਮ ਹੀ ਨਹੀਂ ਚੱਲਣਾ। ਤੇ ਉਹ ਕਹਿੰਦਾ ਵੀ ਪਲਾਟ ਵੀ ਆਪਣਾ ਖਨੌਰੀ ਵਾਲਾ ਪਲਾਟ ਵੀ ਹੈਗਾ ਜਿਹੜਾ ਵੀ ਇਹ ਵੀ ਖੁਰਦ-ਬੁਰਦ ਕਰ ਦੂਗਾ। ਮੈਂ ਐਂ ਤਾਂ ਕੀ ਕਰ ਦੂਗਾ, ਆਪਣਾ ਕਬਜ਼ਾ ਪਲਾਟ ਦੇ, ਆਪਣਾ ਮਕਾਨ ਬਣਿਆ ਹੋਇਆ, ਪਰ ਤਕਸੀਮ ਸਾਂਝੀ ਹੈ। ਤਕਸੀਮ ਸਾਂਝੀ ਹੋਣ ਕਰਕੇ ਇਹਨੇ ਮੈਨੂੰ ਧਮਕੀ ਦਿੱਤੀ ਸੀ ਵੀ ਮੈਂ ਤੇਰਾ ਉਧਰਲੇ ਪਾਸੇ ਭੇਜ ਦੂੰਗਾ ਇਹਨੂੰ। ਅੱਛਾ। ਬਈ ਮੈਂ ਜਿਹੜੀ ਤਕਸੀਮ ਇਹਨਾਂ ਜਿਹੜਾ ਬੰਦਿਆਂ ਦੀ ਹੈਗੀ ਵੀ ਮੈਂ ਕਿਸੇ ਹੋਰ ਦਾ ਸ਼ੋਅ ਕਰ ਦੂੰਗਾ ਇਹ। ਹਾਂ ਬਿਲਕੁਲ, ਕਿਉਂਕਿ ਪਟਵਾਰੀ ਦੇਖੋ ਇੰਨੀ ਤਾਕਤ ਤਾਂ ਹੁੰਦੀ ਹੈ, ਕਰ ਸਕਦਾ, ਉਹਦੇ ਕੋਲੇ ਹੈਗੀ ਹੈ, ਪਰ ਇੱਕ ਲਾਈਨ ਗਲਤ ਖਿੱਚਦੇ ਤਾਂ ਮੈਨੂੰ ਲੱਗਦਾ ਜ਼ਿੰਦਗੀ ਭਰ ਦਾ ਇਹ ਚੱਕਰ ਰਹਿ ਜਾਂਦੇ ਨੇ। ਲੜਾਈ ਥੋੜੀ ਲੰਬੀ ਹੋ ਸਕਦੀ ਹੈ, ਪਰ ਬੰਦਾ ਜੇ ਨਾ ਡਰੇ, ਇਨਸਾਫ ਉਹਨੂੰ ਜ਼ਰੂਰ ਮਿਲਦਾ।
ਇਦਾਂ ਦੀ ਗੱਲ ਨਹੀਂ ਵੀ ਝੂਠ ਜਿੱਤ ਜਾਂਦਾ ਹਮੇਸ਼ਾ। ਜਦੋਂ ਤੁਹਾਨੂੰ ਖਬਰ ਪਤਾ ਚੱਲੀ ਕਿ ਬਲਕਾਰ ਪਟਵਾਰੀ ਗ੍ਰਿਫਤਾਰ ਹੋ ਗਿਆ ਤਾਂ ਕੀ ਰਿਐਕਸ਼ਨ ਕੀ ਸੀ ਤੁਹਾਡਾ? ਰਿਐਕਸ਼ਨ ਇਹੀ ਸੀਗੀ ਵੀ ਚਲੋ ਪੰਜਾਬ ਸਰਕਾਰ ਨੇ ਜਿਹੜਾ ਕੰਮ 5 ਸਾਲ ਪਹਿਲਾਂ ਕਰਨਾ ਸੀ ਉਹ ਲੇਟ ਹੋ ਗਿਆ। 5 ਸਾਲ ਦੇ ਵਿੱਚ ਇਹ ਬਹੁਤ ਲੋਕਾਂ ਨੂੰ ਲੁੱਟ ਗਿਆ ਤੇ ਵੀ ਹੁਣ ਵਾਲੀ ਸਰਕਾਰ ਨੇ ਵਧੀਆ ਕੰਮ ਕਰਿਆ। ਇਹ ਜਿਹੜੇ ਮਾੜੇ ਅਨਸਰ ਨੇ, ਚਾਹੇ ਉਹ ਗੈਂਗਸਟਰ ਨੇ, ਚਾਹੇ ਜਿਹੜੇ ਕਰਪਸ਼ਨ ਕਰਨ ਵਾਲੇ ਨੇ, ਇਹ ਉਹਨਾਂ ਦੀ ਡਿਊਟੀ ਹੈ ਸਰਕਾਰ ਦੀ ਉਹਨਾਂ ਦੇ ਉੱਪਰ ਨੱਥ ਪਾਣਾ। ਜਿਹੜੇ ਆਮ ਲੋਕਾਂ ਨੂੰ ਲੁੱਟਦੇ ਨੇ, ਚਾਹੇ ਕੋਈ ਬਿਜ਼ਨਸਮੈਨ ਨੂੰ ਡਰਾ ਕੇ ਲੁੱਟਦਾ, ਐਕਸਟੋਰਸ਼ਨ ਮਨੀ, ਉਹ ਕਿਸੇ ਵੀ ਪ੍ਰਕਾਰ ਦੀ ਹੈ, ਉਹ ਮਾੜੀ ਗੱਲ ਹੈ। ਦੇਖੋ ਸਰਕਾਰ ਦੀ ਡਿਊਟੀ ਬਣਦੀ ਹੈ ਵੀ ਲੋਕਾਂ ਨੂੰ ਇਸ ਐਕਸਟੋਰਸ਼ਨ ਮਨੀ ਤੋਂ ਬਚਾਇਆ ਜਾਵੇ ਜੀ। ਤੇ ਇਹ ਇੱਕ ਕਲਮ ਵਾਲਾ ਗੈਂਗਸਟਰ ਸੀਗਾ। ਇਹ ਲੋਕਾਂ ਦੀ ਜ਼ਮੀਨ ਦੇ ਵਿੱਚ ਆਪ ਹੀ ਗਲਤ ਕਰਕੇ ਫਿਰ ਉਹਨੂੰ ਸਹੀ ਕਰਨ ਦੇ ਪੈਸੇ ਮੰਗਦਾ ਸੀ। ਇਸ ਤਰ੍ਹਾਂ ਦੇ ਕੇਸ ਵੀ ਤੁਹਾਡੇ ਸਾਹਮਣੇ ਆਉਣਗੇ। ਹਾਲੇ ਲੋਕ ਹੋਏ ਨੇ ਐਵੇਂ? ਹਾਂ ਬਿਲਕੁਲ ਹੋਏ ਨੇ। ਇੱਕ ਕੋਈ ਲਹਿਰੇ ਦੀ ਲੇਡੀ ਸੀ, ਉਹਦੀ ਜ਼ਮੀਨ ਦੇ ਇਹਨੇ ਇਸ ਤਰ੍ਹਾਂ ਹੀ ਘਾਟਾ ਵਾਧਾ ਕਰਕੇ ਉਹਦਾ ਹਿੱਸਾ ਖਤਮ ਕਰਤਾ ਸੀ। ਫਿਰ ਉਹ ਤਹਿਸੀਲ ਦੇ ਵਿੱਚ ਆਈ, ਇਹਦੇ ਨਾਲ ਝਗੜਨ ਲੱਗੀ, ਇਹਨੇ ਚਾਕੂ ਮਾਰਿਆ ਉਹਦੇ ਪੇਟ 'ਚ। ਉਹਦਾ ਮੁਕੱਦਮਾ ਵੀ ਇਹਦੇ ਤੇ ਦਰਜ ਹੋਇਆ, ਪਰ ਇਹ ਫਿਰ ਉੱਥੇ ਪੈਸੇ ਪੂਸੇ ਦੇ ਕੇ ਅਫਸਰਾਂ ਨਾਲ ਮਿਲ ਕੇ ਇਨਕੁਆਰੀ ਦੇ ਵਿੱਚ ਬਲਕਾਰ ਪਟਵਾਰੀ ਨੇ ਚਾਕੂ ਮਾਰਿਆ ਇੱਕ ਲੇਡੀਜ਼ ਦੇ। ਉਹ FIR ਦੀ ਕਾਪੀ ਹੈਗੀ ਹੈ ਮੇਰੇ ਕੋਲੇ। ਦਿਖਾ ਸਕਦੇ ਹੋ? ਹਾਂਜੀ ਹਾਂ, ਮੈਂ ਦਿਖਾ ਦਿੰਦਾ ਜੀ। ਜਿਹੜੀ ਲੇਡੀਜ਼ ਦੇ ਨੇ ਚਾਕੂ ਮਾਰਿਆ ਸੀਗਾ ਉਹਦੀ FIR ਦੀ ਕਾਪੀ ਹੈਗੀ ਹੈ ਮੇਰੇ ਕੋਲੇ। ਮੈਂ ਤੁਸੀਂ ਪੂਰੇ ਕਾਗਜ਼ ਇਹਦੇ ਖਿਲਾਫ ਇਕੱਠੇ ਕੀਤੇ ਹੋਏ ਨੇ? ਇਹਦੇ ਖਿਲਾਫ ਮੈਨੂੰ ਪਤਾ ਸੀਗਾ ਵੀ ਕਦੇ ਨਾ ਕਦੇ ਟਾਈਮ ਆਊਗਾ ਤੇ ਮੈਂ ਜਿਹੜਾ ਵੀ ਕਾਗਜ਼ ਮੈਂ ਕਿਤੇ ਵੀ ਪਾਉਂਦਾ ਸੀਗਾ, ਚਿੱਠੀ, ਉਹ ਮੈਂ ਭੇਜ ਰੱਖਦਾ ਸੀਗਾ ਸਾਂਭ ਕੇ। ਆ ਦੇਖੋ ਇਹ FIR ਇਹਦੇ ਤੇ ਹੋਈ ਹੈ 324 ਦੀ FIR। ਅੱਛਾ, ਬਲਕਾਰ ਸਿੰਘ ਪਟਵਾਰੀ। ਇਹਨੇ ਇਸ ਲੇਡੀਜ਼ ਦਾ ਹਿੱਸਾ ਹੀ ਖਤਮ ਕਰਤਾ ਸੀ। ਉਹਦੇ ਗੁੰਮਰਾਹ ਕਰਕੇ ਉਹਦੇ ਸਾਈਨ ਕਰਾ ਲਏ, ਪਹਿਲਾਂ ਤਕਸੀਮ ਕਰਕੇ ਇਹਦਾ ਹਿੱਸਾ ਹੀ ਖਤਮ ਕਰਤਾ ਸੀ ਇਹਨੇ। ਅੱਛਾ, ਔਰ ਇਹਦੇ ਵਿੱਚ ਇਸ FIR 'ਚ ਇਹ ਜ਼ਿਕਰ ਹੈ ਕਿ ਬਲਕਾਰ ਪਟਵਾਰੀ ਨੇ ਚਾਕੂ ਮਾਰਿਆ ਉਹਦੇ? ਸ਼ਾਇਦ ਹੋਵੇ, ਮੈਂ ਵੀ ਪੜਿਆ ਨਹੀਂ ਮੈਂ ਨਾ, ਬਸ ਮੈਨੂੰ ਵਰਬਲੀ ਸਟੋਰੀ ਪਤਾ ਹੈ ਵੀ ਇਹਦੇ ਬਲਕਾਰ ਪਟਵਾਰੀ ਨੇ ਉਸ ਲੇਡੀ ਦੇ ਤਹਿਸੀਲ ਦੇ ਵਿੱਚ ਚਾਕੂ ਮਾਰਿਆ। ਇਹਦੇ ਤੋਂ ਮੁਕੱਦਮਾ ਦਰਜ ਹੋਇਆ, ਫਿਰ ਇਹ ਇਨਕੁਆਰੀ ਕਰਾ ਕੇ ਮਤਲਬ ਉਹ ਮੁਕੱਦਮੇ ਨੂੰ ਖਾਰਜ ਕਰਵਾ ਗਿਆ। ਤਾਂ ਜਿਵੇਂ ਬਾਈ ਹੁਣ ਤੁਸੀਂ ਆਏ ਹੋ ਸਾਹਮਣੇ, ਤੁਸੀਂ ਆਵਾਜ਼ ਚੁੱਕੀ ਹੈ, ਤਾਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਲੋਕ ਅਜਿਹੇ ਬਹੁਤ ਨਿਕਲ ਕੇ ਆਉਣਗੇ? ਬਿਲਕੁਲ, ਮੈਂ ਕਹਿੰਦਾ ਲੋਕਾਂ ਨੂੰ ਅਪੀਲ ਵੀ ਕਰਦਾ ਵੀ ਲੋਕਾਂ ਨੂੰ ਦੇਖੋ ਆਉਣਾ ਚਾਹੀਦਾ। ਜਿਹਦੇ ਨਾਲ ਵੀ ਕੋਈ ਥ੍ਰੈਟ ਹੋਇਆ ਉਹਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਬਿਲਕੁਲ ਆਪਣਾ ਹੱਕ ਹੈ, ਡਰਨ ਦੀ ਲੋੜ ਨਹੀਂ ਕਿਸੇ ਤੋਂ। ਕਿਉਂਕਿ ਪਰਿਵਾਰ ਤਾਂ ਉਹਨਾਂ ਦਾ ਇਹ ਕਹਿ ਰਿਹਾ ਨਾ ਕਿ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ, ਰੰਜਿਸ਼ ਕੱਢੀ ਜਾ ਰਹੀ ਹੈ, ਗਲਤ ਤਰੀਕੇ ਦੇ ਨਾਲ ਝੂਠੇ ਸਭ ਕੁਝ ਕਹਿੰਦੇ ਇਲਜ਼ਾਮ ਲਾਏ ਜਾ ਰਹੇ ਨੇ। ਬਾਈ ਜੀ ਤੁਸੀਂ ਇੱਕ ਗੱਲ ਦੱਸੋ ਵੀ ਝੂਠੇ ਇਲਜ਼ਾਮ ਇੱਕ ਬੰਦਾ ਲਾ ਸਕਦਾ, 2 ਲਾ ਸਕਦਾ, 100 ਬੰਦੇ 200 ਬੰਦੇ ਝੂਠੇ ਇਲਜ਼ਾਮ ਤਾਂ ਨਹੀਂ ਕਿਸੇ ਤੇ ਲਾ ਸਕਦੇ। ਪਰ ਉਹਨਾਂ ਨੂੰ ਵੀ ਪਤਾ ਵੀ ਆਪਾਂ ਇੰਨੇ ਆਲੀਸ਼ਾਨ ਮਕਾਨਾਂ 'ਚ ਰਹਿ ਰਹੇ ਹਾਂ, ਇੰਨੇ ਖੁੱਲੇ ਖਰਚੇ ਕਰ ਰਹੇ ਹਾਂ, ਇੰਨੀਆਂ ਜ਼ਮੀਨਾਂ ਖਰੀਦ ਰਹੇ ਹਾਂ। ਹਾਲੇ ਨਵੀਂ ਜ਼ਮੀਨ ਖਰੀਦਣੀ ਸੀ ਜਿਹੜੀ, ਉਹਦੇ ਬਿਆਨੇ ਮਿਲੇ ਨੇ ਵਿਜੀਲੈਂਸ ਨੂੰ। ਕੋਈ 30 ਲੱਖ ਨੂੰ ਸੌਦਾ ਹੋਇਆ ਬਰਸਟ ਪਿੰਡ, ਤੇ ਕੋਈ 24 ਲੱਖ ਨੂੰ ਸੌਦਾ ਹੋਇਆ। ਹਾਲੇ ਉਹਦੇ ਰਜਿਸਟਰੀ ਕਰਾਣੀ ਸੀ, ਹਾਲੇ ਉਹ ਬਿਆਨੇ ਵਿਜੀਲੈਂਸ ਨੂੰ ਹਾਲੇ ਮਿਲੇ ਨੇ। ਉਹ ਪੈਸਾ ਕਿੱਥੋਂ ਆਣਾ ਸੀ ਇਹਦੇ ਕੋਲ? ਤਾਂ ਕੀ ਅੱਖ ਵੀ ਇਹਦੀ ਪਟਵਾਰੀ ਦੀ ਜ਼ਮੀਨਾਂ ਤੇ ਰਹਿੰਦੀ ਸੀ? ਲੋਕਾਂ ਦੀ ਜ਼ਮੀਨਾਂ ਤੇ ਅੱਖ ਰਹਿੰਦੀ ਸੀ ਵੀ ਕਿਸੇ ਦਾ ਝਗੜਾ ਹੈ 2 ਭਰਾਵਾਂ ਦਾ, ਜਾਂ ਕਿਸੇ ਦੀ ਕੁੜੀ ਦੀ ਜ਼ਮੀਨ ਹੈ, ਇਹਦੀ ਉਹਨਾਂ ਜ਼ਮੀਨਾਂ ਵੱਲ ਅੱਖ ਰਹਿੰਦੀ ਸੀ। ਇਹ ਕੁੜੀ ਨੂੰ ਮਤਲਬ ਕਿ ਚਲੋ ਆਪਣੇ ਘਰਦਿਆਂ ਤੋਂ ਦੁਖੀ ਹੈ ਕੁੜੀ, ਕਬਜ਼ਾ ਘਰਦਿਆਂ ਦਾ, ਜ਼ਮੀਨ ਕੁੜੀ ਦੇ ਨਾਂ ਹੈ, ਇਸ ਤਰ੍ਹਾਂ ਦੀਆਂ ਜ਼ਮੀਨਾਂ ਇਹ ਆਪਦੇ ਨਾਂ ਰਜਿਸਟਰੀ ਕਰਾ ਲੈਂਦੇ ਸੀ, ਫਿਰ ਬਾਅਦ ਦੇ ਵਿੱਚ ਕਬਜ਼ਾ ਲੈ ਲੈਂਦੇ ਸੀ। ਇੱਕ ਮੂਣਕ ਤਹਿਸੀਲ ਦੇ ਵਿੱਚ ਇਹਦੀ ਪੁਰਾਣੀ ਵੀਡੀਓ ਵਾਇਰਲ ਹੋਈ ਸੀ, ਸ਼ਾਇਦ ਮੈਂ ਮਿਲ ਗਈ ਤੁਹਾਨੂੰ ਭੇਜ ਦੂੰਗਾ। ਕੋਈ ਬਜ਼ੁਰਗ ਮਾਤਾ ਸੀਗੇ, ਉਹਨਾਂ ਦੀ ਜ਼ਮੀਨ ਦਾ ਹੀ ਕੋਈ 10 ਲੱਖ ਰੁਪਇਆ ਲੈ ਕੇ ਹੇਰ ਫੇਰ ਕਰਨ ਦੀ ਕੋਸ਼ਿਸ਼ ਚੱਲ ਰਹੀ ਸੀ। ਉਹ ਮਾਤਾ ਨੇ ਇਹਨੂੰ ਸਰੇਆਮ ਤਹਿਸੀਲ ਦੇ ਵਿੱਚ ਖੁੰਡੀਆਂ ਮਾਰੀਆਂ ਸੀ। ਵੀਡੀਓ ਬਣੀ ਹੋਈ ਆ, ਉਹ ਉੱਥੋਂ ਭੱਜ ਗਿਆ ਉੱਠ ਕੇ ਇਹ। ਫਿਰ ਇਸ ਤਰ੍ਹਾਂ ਦੀਆਂ ਸਾਰੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਹੀ ਰਹੀਆਂ ਨੇ। ਇਹਦੀ ਵੀ ਲੁੱਟ ਲਾਵਾਂ ਲੋਕਾਂ ਨੂੰ ਕਿਸੇ ਤਰੀਕੇ ਨਾਲ ਬਸ। ਔਰ ਡਰਦਾ ਕਿਸੇ ਤੋਂ ਨਹੀਂ ਸੀਗਾ? ਡਰਦਾ ਕਿਸੇ ਤੋਂ, ਡਰਨਾ ਸਰਕਾਰ ਦੇ ਨਾਲ ਬੰਦੇ ਸੀ ਜਿਹੜੇ ਉਹਨਾਂ ਦੀ ਸਹਿ ਹੁੰਦੀ ਸੀ ਇਹਦੇ ਨਾਲ, ਇਹਨੂੰ ਤਾਂ ਨਹੀਂ ਡਰਦਾ ਸੀ। ਪਰ ਕਹਿੰਦੇ ਜਦੋਂ ਫਿਰ ਰੱਬ ਮਾਰਦਾ ਤਾਂ ਫਿਰ ਉਹਦੀ ਆਵਾਜ਼ ਕੋਈ ਨਹੀਂ ਆਉਂਦੀ। ਫਿਰ ਉਹ ਕਹਾਵਤ ਆਉਂਦੀ ਹੈ ਨਾ ਵੀ ਇੱਤੀ ਮਾਰ ਪਈ ਗੁਰਲਾਣਾ ਤੈਂ ਕੀ ਦਰਦ ਨਹੀਂ ਆਇਆ। ਹੁਣ ਲੋਕਾਂ ਨੂੰ ਜਦੋਂ ਦਰਦ ਹੁੰਦਾ ਸੀਗਾ, ਹੁਣ ਪਤਾ ਲੱਗਿਆ ਨਾ ਵੀ ਪਰਚੇ ਦਾ ਦਰਦ ਕੀ ਹੁੰਦਾ। ਵੀ ਲੋਕਾਂ ਦੇ ਝੂਠੇ ਪਰਚੇ ਤਾਂ ਕਰਾਣੇ ਸੌਖੇ ਨੇ, ਪਰ ਜਦੋਂ ਆਪਣੇ ਤੇ ਹੁੰਦਾ ਹੈ ਫਿਰ ਪਤਾ ਲੱਗਦਾ ਵੀ ਪਰਚਾ ਕੀ ਹੁੰਦਾ। ਠੀਕ ਹੈ ਭਾਈ, ਧੰਨਵਾਦ ਤੁਸੀਂ ਆਏ ਔਰ ਤੁਸੀਂ ਇਹ ਸਾਰੀ ਜਾਣਕਾਰੀ ਸਾਹਮਣੇ ਰੱਖੀ ਔਰ ਇਹ ਖੁਲਾਸੇ ਜਿਹੜੇ ਨੇ ਤੁਸੀਂ ਬਲਕਾਰ ਪਟਵਾਰੀ ਦੇ ਉੱਤੇ ਕੀਤੇ ਨੇ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ।